Hello students, welcome back to my YouTube channel. So let's start next topic of unit second, which are resistance in series and parallel. So important topic है बच्चे दे नाल दे numericals काफ़ी आंदे आ. So ਅਸੀਂ first part ਕਰਨ ਜਾ ਰਹੇ ਹਾਂ resistance in series. ਬੱਚੇ word ਤੋਂ ਹੀ clear ਹੋ ਰਿਹਾ ਕਿ ਅਸੀਂ resistance ਨੂੰ series ਦੇ ਵਿੱਚ ਲਗਾਵਾਂਗੇ. ਸੋ resistance ਨੂੰ ਇਸ ਤਰ੍ਹਾਂ ਨਾਲ represent ਕੀਤਾ ਜਾਂਦਾ. ਇਹਦਾ ਮਤਲਬ ਅਸੀਂ ਕਿੰਨੀਆਂ ਵੱਡੀਆਂ resistance ਲਿੱਤੀਆਂ ਔਰ ਉਹਨੂੰ ਇੱਕ ਹੀ ਸੀਰੀਜ਼ ਇੱਕ ਹੀ ਤਾਰ ਦੇ ਨਾਲ ਜੋੜ ਦਿੱਤਾ. ਠੀਕ ਹੈ. ਸੋ ਡੈਫੀਨੇਸ਼ਨ, ਸਭ ਤੋਂ ਪਹਿਲਾਂ ਡੈਫੀਨੇਸ਼ਨ ਕੀ ਲਿਖਾਂਗੇ? ਰਜਿਸਟਰਸ ਆਰ ਸੈਟ ਟੂ ਬੀ ਕਨੈਕਟਡ ਇਨ ਸੀਰੀਜ਼. ਰਜਿਸਟਰਸ ਨੂੰ ਜਦੋਂ ਅਸੀਂ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਹਾਂ, ਇਫ ਸੇਮ ਕਰੰਟ ਇਜ਼ ਫਲੋਇੰਗ ਥਰੂ ਈਚ ਰਜਿਸਟਰ, ਹਰ ਇੱਕ ਰਜਿਸਟਰ ਦੇ ਵਿੱਚੋਂ ਕਰੰਟ ਤੁਹਾਡਾ ਸੇਮ ਜਾਂਦਾ ਹੋਵੇ. ਫੋਰ ਐਗਜ਼ਾਮਪਲ, ਅਗਰ ਕਰੰਟ ਇੱਥੋਂ ਆਈ ਜਾ ਰਿਹਾ ਤੇ ਇੱਧਰ ਵੀ ਆਈ ਹੈ ਔਰ ਇੱਥੋਂ ਜਦੋਂ ਪਾਸ ਕਰ ਗਿਆ ਦੈਨ ਵੀ ਆਈ ਆ, ਇਹਦਾ ਮਤਲਬ ਆਈ ਤੁਹਾਡਾ ਸੇਮ ਰਹੇਗਾ. when some potential difference is applied across the conductor, ਕੁਛ some potential difference ਮਤਲਬ ਜਦੋਂ ਇਹਨੂੰ ਕਿਸੇ ਬੈਟਰੀ ਦੇ ਨਾਲ ਕਨੈਕਟ ਕੀਤਾ ਜਾਂਦਾ. ਸੋ ਜਦੋਂ ਵੀ ਇਹਨੂੰ ਕੁਛ potential difference ਦਿੰਦੇ ਆ ਕੰਡਕਟਰ ਨੂੰ, ਤਾਂ ਕਰੰਟ ਜਿਹੜਾ ਸੇਮ ਜਾਂਦਾ ਆ ਸਾਰੇ ਰਜਿਸਟਰਸ ਦੇ ਵਿੱਚੋਂ, ਤਾਂ ਉਸ ਟਾਈਮ ਅਸੀਂ ਬੋਲਦੇ ਹਾਂ ਕਿ ਰਜਿਸਟਰਸ ਆਰ ਇਨ ਸੀਰੀਜ਼. ਸੋ ਹੁਣ ਅਸੀਂ ਕੀ ਆ ਕੰਸੀਡਰ ਕਰਾਂਗੇ ਕਿ ਅਸੀਂ ਰਜਿਸਟਰਸ ਲੈਣ ਲੱਗਿਆ. ਹੁਣ ਤੁਹਾਡੀ ਮਰਜ਼ੀ ਹੈ ਬੱਚੇ, ਤੁਸੀਂ 2 ਰਜਿਸਟਰ ਕੰਸੀਡਰ ਕਰਨੇ ਆ, 3 ਕਰਨੇ, 4 ਕਿੰਨੇ, ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਕਰ ਸਕਦੇ ਆ. let R1, R2, R3 3 resistance connected in series. let V be the potential difference across A and B. ਸੋ ਅਸੀਂ 2 ਟਰਮੀਨਲਸ ਲਵਾਂਗੇ, ਇੱਕ ਟਰਮੀਨਲ A ਐਂਡ ਦੂਸਰਾ ਟਰਮੀਨਲ B. ਸੋ ਅਸੀਂ 3 ਰਜਿਸਟਰਸ ਲੈ ਰਹੇ ਹਾਂ, 1 2 3. ਠੀਕ ਹੈ. ਸੋ ਨਾਮ ਰੱਖ ਦਿੱਤਾ R1, R2, R3. ਠੀਕ ਹੈ. in series combination same current flows through it. so ਸਾਰੀ resistors ਦੇ ਵਿੱਚੋਂ same current ਜਾਏਗਾ which is I. let V1, V2 and V3 be the potential difference across R1, R2, R3. ਇਹਦਾ ਮਤਲਬ ਕੱਲੇ ਕੱਲੇ ਦੇ across potential ਅਲੱਗ-ਅਲੱਗ ਹੋਏਗਾ ਤੁਹਾਡਾ. ਠੀਕ ਹੈ. potential ਕਿੰਨਾ ਹੋਏਗਾ? V1 ਇਹਦੇ across V2 ਔਰ ਇਹਦੇ across V3. ਸੋ ਸਭ ਤੋਂ ਪਹਿਲਾਂ ਤਾਂ ਆਪਾਂ ਡਾਇਗਰਾਮ ਹੀ ਅੱਛੇ ਤਰੀਕੇ ਨਾਲ ਬਣਾਉਣਾ ਸਿੱਖਦੇ ਹਾਂ ਵੀ ਇਹਦੀ ਡਾਇਗਰਾਮ ਕਿਸ ਤਰੀਕੇ ਨਾਲ ਬਣੇਗੀ. ਸੋ ਧਿਆਨ ਨਾਲ ਦੇਖੋ ਬੱਚੇ, ਇਸ ਤਰੀਕੇ ਦੀ ਡਾਇਗਰਾਮ ਬਣੇਗੀ. ਜਿੱਥੇ V ਲਗਾਇਆ ਹੋਇਆ ਉੱਥੇ ਤੁਸੀਂ ਬੈਟਰੀ ਵੀ ਲਗਾ ਸਕਦੇ ਹੋ. ਅਗਰ V ਲਿਖਣਾ ਚਾਹੁੰਦੇ ਤਾਂ V ਵੀ ਲਿਖ ਸਕਦੇ ਹਾਂ. ਜੋ ਵੱਡੀ ਵਾਲੀ ਟਰਮੀਨਲ ਆ ਇਟ ਇਜ਼ ਪੋਜ਼ੀਟਿਵ ਟਰਮੀਨਲ, ਜੋ ਛੋਟਾ ਆ ਇਟ ਇਜ਼ ਨੈਗੇਟਿਵ ਟਰਮੀਨਲ. ਸੋ ਸਾਰਿਆਂ ਦੇ ਵਿੱਚੋਂ ਬੱਚੇ ਕਰੰਟ ਕਿਹੜਾ ਪਾਸ ਹੋ ਰਿਹਾ? I ਕਰੰਟ. ਕਲੀਅਰ ਹੋ ਗਿਆ. ਸੋ ਇਹਦੇ ਅਕਰੋਸ ਵੋਲਟੇਜ ਕਿੰਨੀ ਆ? V1, R2 ਦੇ ਅਕਰੋਸ V2 ਔਰ R3 ਦੇ ਅਕਰੋਸ ਜੋ ਵੋਲਟੇਜ ਆ ਦੈਟ ਇਜ਼ V3. ਅਕੋਰਡਿੰਗ ਟੂ ਓਮਸ ਲਾਅ, ਓਮਸ ਲਾਅ ਬੱਚੇ ਕੀ ਕਹਿੰਦਾ? V ਇਜ਼ ਇਕੁਅਲਸ ਟੂ IR. ਸੋ ਅਸੀਂ ਲਿਖ ਦਿੱਤਾ V ਇਜ਼ ਇਕੁਅਲਸ ਟੂ IR. ਹੁਣ ਦੇਖੋ ਕਰੰਟ ਸੇਮ ਰਹੇਗਾ, ਇਹਦਾ ਮਤਲਬ V1 IR1, V2 ਇਜ਼ ਇਕੁਅਲਸ ਟੂ, ਕਿਉਂਕਿ ਕਰੰਟ ਸਾਡਾ ਸੇਮ ਰਹਿੰਦਾ ਤਾਂ ਆਏਗਾ R2. V3 ਕਿਹਦੇ ਇਕੁਅਲ ਆਏਗਾ? IR3. ਕਲੀਅਰ ਹੋ ਗਿਆ. ਜਾਂ ਵੋਲਟੇਜ ਚੇਂਜ ਹੋ ਰਹੀ ਹੈ ਜਾਂ ਫਿਰ ਤੁਹਾਡਾ ਰੈਜ਼ਿਸਟੈਂਸ ਚੇਂਜ ਹੋ ਰਿਹਾ ਆ. ਸੋ ਅਸੀਂ ਨੈਕਸਟ ਸਟੈਪ ਦੇ ਵਿੱਚ ਲਿਖ ਦਿੱਤਾ. ਠੀਕ ਹੈ ਬੱਚੇ. ਹੁਣ ਸਾਨੂੰ ਪਤਾ ਕਿ ਪੋਟੈਂਸ਼ੀਅਲ ਚੇਂਜ ਹੋ ਰਿਹਾ, ਪੋਟੈਂਸ਼ੀਅਲ ਡਿਫਰੈਂਸ ਚੇਂਜ ਹੋ ਰਿਹਾ. ਸੋ ਜਿਹੜੀ ਚੀਜ਼ ਚੇਂਜ ਹੋ ਰਹੀ ਹੁੰਦੀ ਆ ਉਹੀ ਚੀਜ਼ ਅਸੀਂ ਲਿਖਣੀ ਆ. ਸੋ ਅਸੀਂ ਲਿਖ ਰਹੇ ਹਾਂ V ਇਜ਼ ਇਕੁਅਲਸ ਟੂ V1 ਪਲੱਸ V2 ਪਲੱਸ V3. ਲਿਖ ਦਿੱਤਾ. ਦੈਨ ਪੁੱਟ ਦਾ ਵੈਲਿਊਜ਼. V ਦੀ ਵੈਲਿਊ ਕਿੰਨੀ ਆ? IR. V1 ਦੀ ਵੈਲਿਊ ਕਿੰਨੀ ਆ? IR1. V2 ਦੀ ਵੈਲਿਊ IR2. V3 ਦੀ ਵੈਲਿਊ IR3. ਕਲੀਅਰ ਹੋ ਗਿਆ. ਸੋ ਅਸੀਂ ਸਾਰੀ ਦੀ ਸਾਰੀਆਂ ਵੈਲਿਊਜ਼ ਜਦੋਂ ਪੁੱਟ ਕੀਤੀਆਂ ਇਸ ਤਰੀਕੇ ਨਾਲ, ਤਾਂ ਇਸ ਪੂਰੀ ਇਕੁਏਸ਼ਨ 'ਚ ਦੇਖੋ ਬੱਚੇ I ਸਭ ਵਿੱਚ ਸੇਮ ਆ. ਅਸੀਂ ਕੀ ਕੀਤਾ? ਸੈਕਿੰਡ ਸਟੈਪ ਦੇ ਵਿੱਚੋਂ I ਕਾਮਨ ਨਿਕਾਲ ਕੇ ਅੰਦਰ ਲਿਖਿਆ R1, R2 ਪਲੱਸ R3. ਹੁਣ ਆਹ ਵਾਲਾ I ਬਾਹਰ ਵਾਲੇ I ਦੇ ਨਾਲ ਕੈਂਸਲ ਆਊਟ ਹੋ ਗਿਆ. ਠੀਕ ਹੈ. ਇਹਦਾ ਮਤਲਬ ਫਾਈਨਲੀ ਸਾਡੇ ਕੋਲ ਕੀ ਬਚ ਗਿਆ? R ਇਜ਼ ਇਕੁਅਲਸ ਟੂ R1, R2, R3. ਸੋ ਦਿਸ ਇਜ਼ ਅ ਫਾਈਨਲ ਆਨਸਰ. ਸਮਟਾਈਮ ਤੁਹਾਡੇ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ ਬੱਚੇ, ਦਸ the equivalent resistance of a number of resistors connected in series is equal to the sum of individual resistance. ਕਈ ਵਾਰੀ ਬੱਚੇ ਆ ਕੁਐਸਚਨ ਆ ਜਾਂਦਾ ਹੁੰਦਾ, prove the equivalent resistance of a number of resistors connected in series. ਵੀ equivalent resistance ਜਿਹੜੇ ਆ ਸੀਰੀਜ਼ ਦੇ ਵਿੱਚ ਕਨੈਕਟ ਕੀਤੇ ਹੋਏ, ਤਾਂ ਉਹਨਾਂ ਦਾ ਜਿਹੜਾ ਸਮ ਆ ਕਿਹਦੇ ਇਕੁਅਲ ਆ ਜਾਏਗਾ? ਸਮ ਆਫ ਇੰਡੀਵਿਜੂਅਲ ਰੈਜ਼ਿਸਟੈਂਸ ਦੇ. ਇੰਡੀਵਿਜੂਅਲ ਰੈਜ਼ਿਸਟੈਂਸ ਮਤਲਬ R ਦੇ ਇਕੁਅਲ ਆ ਜਾਂਦਾ. ਤੇ ਇਹਨੂੰ ਪ੍ਰੂਫ ਕਰੋ. ਤਾਂ ਘਬਰਾਉਣਾ ਨਹੀਂ ਹੈ, ਸਾਰੀ ਸੀਰੀਜ਼ ਵਾਲਾ ਆਰਟੀਕਲ ਤੁਸੀਂ ਲਿਖਣਾ ਸੀ. ਠੀਕ ਹੈ. ਨੈਕਸਟ ਆਰਟੀਕਲ ਇਜ਼ ਰੈਜ਼ਿਸਟੈਂਸ ਇਨ ਪੈਰਲਲ. ਹੁਣ ਪੈਰਲਲ ਦਾ ਕੀ ਮਤਲਬ ਆ? ਅਸੀਂ 2 ਟਰਮੀਨਲਸ ਲੈ ਲਏ A ਐਂਡ B.
ਸੋ ਸਾਰੇ ਜਿਹੜੀਆਂ ਤਾਰਾਂ ਆ ਅਸੀਂ A ਤੇ B ਦੇ ਨਾਲ ਹੀ ਜੁਆਇਨ ਕੀਤੀਆਂ। 2 or more resistors are said to be connected in parallel, ਉਦੋਂ ਹੀ parallel ਬੋਲਾਂਗੇ if the potential difference across each of them is the same। ਹੁਣ ਦੇਖੋ ਵੋਲਟੇਜ ਕਿਹੜੀ ਆ, ਇੱਕ ਹੀ ਦਿੱਤੀ ਹੈ, ਸੋ ਤੁਸੀਂ ਇੱਥੇ ਬੈਟਰੀ ਵੀ ਲਗਾ ਸਕਦੇ ਆ। ਸੋ ਸਾਰੀ ਰਜਿਸਟਰਸ ਦੇ ਅਕਰੋਸ ਜੋ ਵੋਲਟੇਜ ਆ ਉਹ ਕਿੰਨੀ ਹੋਏਗੀ V। ਇਹਦਾ ਮਤਲਬ ਵੋਲਟੇਜ ਹੁਣ ਕੀ ਹੋ ਜਾਏਗੀ ਕੌਨਸਟੈਂਟ, ਇੱਥੇ ਵੋਲਟੇਜ ਚੇਂਜ ਨਹੀਂ ਹੋਏਗੀ। ਐਂਡ ਇਜ਼ ਇਕੁਅਲ ਟੂ ਦਾ ਅਪਲਾਈਡ ਪੋਟੈਂਸ਼ੀਅਲ ਡਿਫਰੈਂਸ, ਇਹਦਾ ਮਤਲਬ ਇੱਥੇ ਕੀ ਕੌਨਸਟੈਂਟ ਆ ਤੁਹਾਡਾ V ਕੌਨਸਟੈਂਟ ਆ। ਕੀ ਹੋ ਗਿਆ ਤੁਹਾਡਾ V ਕੌਨਸਟੈਂਟ। ਬੱਚੇ ਜਿਹੜੀ ਟਰਮ ਕੌਨਸਟੈਂਟ ਆ ਅਸੀਂ ਉਹ ਨਹੀਂ ਲਿਖਣੀ ਹੁੰਦੀ, ਜਿਹੜੀ ਵੇਰੀ ਕਰਦੀ ਅਸੀਂ ਉਹ ਲਿਖਣੀ ਹੁੰਦੀ ਹੈ। ਤਾਂ ਮਤਲਬ ਇੱਥੇ ਅਸੀਂ ਕੀ ਲਿਖਾਂਗੇ I is equals to I1 plus I2 plus I3। ਸੋ ਸਿਮਿਲਰਲੀ ਸਾਨੂੰ ਕੁਛ ਨਾ ਕੁਛ ਕੰਸੀਡਰ ਕਰਨਾ ਪਏਗਾ। ਕੰਸੀਡਰ 3 ਰਜਿਸਟਰਸ ਆਫ ਰਜਿਸਟੈਂਸ R1 R2 R3 ਰਿਪਰੈਜ਼ੈਂਟਡ ਰਿਸਪੈਕਟਿਵਲੀ ਕਨੈਕਟਡ ਇਨ ਪੈਰਲਲ। ਸੋ ਅਸੀਂ ਪੈਰਲਲ ਦੇ ਵਿੱਚ ਇਸ ਤਰੀਕੇ ਨਾਲ ਰਜਿਸਟੈਂਸ ਸਾਰੀ ਦੀ ਸਾਰੀ ਜੋੜ ਦਿੱਤੀ। ਬੱਚੇ ਇਹ ਡਾਇਗਰਾਮ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਆ, ਠੀਕ ਹੈ। ਇਸ ਤਰੀਕੇ ਨਾਲ ਇੱਦਾਂ ਸੈਂਟਰ ਵਿੱਚੋਂ ਆਪਣੀ ਵਾਇਰ ਇੱਦਾਂ ਕਾਮਨ ਬਾਹਰ ਨਿਕਾਲ ਦਿਓ, ਠੀਕ ਹੈ। ਇੱਥੇ ਕਿਹੜਾ ਕਰੰਟ ਜਾ ਰਿਹਾ I1, ਸੈਕਿੰਡ ਦੇ ਵਿੱਚ ਕਿਹੜਾ ਜਾ ਰਿਹਾ I2, ਥਰਡ ਦੇ ਵਿੱਚ ਕੌਣ ਜਾ ਰਿਹਾ I3। ਸੋ ਤੁਹਾਡੀ ਮਰਜ਼ੀ, ਅਗਰ ਇੱਕ ਹੀ ਟਰਮੀਨਲ ਰੱਖਣਾ ਚਾਹੁੰਦੇ ਆ ਤਾਂ ਇੱਕ ਹੀ ਟਰਮੀਨਲ ਰੱਖ ਸਕਦੇ ਆ। ਇੱਥੇ ਵੀ ਇੱਕ ਹੀ ਟਰਮੀਨਲ ਆ, ਬਸ ਬਣਾਉਣ ਦਾ ਤਰੀਕਾ ਥੋੜ੍ਹਾ ਜਿਹਾ ਬਦਲ ਗਿਆ, ਠੀਕ ਹੈ। ਸੋ ਸਟੈਂਡਰਡ ਜੋ ਡਾਇਗਰਾਮ ਆ ਬੱਚੇ ਆਹੀ ਦੇਖਣ 'ਚ ਹੁੰਦੀ ਆ, ਸੋ ਇਹੀ ਡਾਇਗਰਾਮ ਬਣਾ ਲਓ ਤਾਂ ਜ਼ਿਆਦਾ ਬੈਟਰ ਆ। ਨੈਕਸਟ ਦੇਖੋ, ਲੈਟ V ਵੀ ਦਾ ਪੋਟੈਂਸ਼ੀਅਲ ਡਿਫਰੈਂਸ ਅਕਰੋਸ ਦਾ ਰਜਿਸਟਰ। ਮੰਨ ਲਿਆ ਜਿਹੜੀ V ਆ ਉਹ ਪੋਟੈਂਸ਼ੀਅਲ ਡਿਫਰੈਂਸ ਆ। ਹੁਣ ਦੇਖੋ ਸਾਰਿਆਂ ਦੇ ਅਕਰੋਸ ਪੋਟੈਂਸ਼ੀਅਲ ਡਿਫਰੈਂਸ ਕੌਨਸਟੈਂਟ ਰਹਿਣੀ ਆ ਤਾਂ ਸੇਮ ਆ। The current I drawn from the cell divided into 3 parts, 3 parts ਦੇ ਵਿੱਚ ਡਿਵਾਈਡ ਹੋਗੀ I1 I2 I3। ਕਲੀਅਰ ਹੋ ਗਿਆ। ਸੋ 3 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ। ਲੈਟ ਕਰੰਟ I ਦੇ ਪੈਰ ਵਿੱਚ 1 ਆ ਬੱਚੇ, I1 I2 I3 ਫਲੋਜ਼ ਥਰੂ ਦਾ ਰਜਿਸਟਰਸ R1 R2 ਐਂਡ R3। ਇਹਦਾ ਮਤਲਬ ਕਰੰਟ ਚੇਂਜ ਹੋ ਰਿਹਾ। ਸੋ ਕਰੰਟ ਨੂੰ ਕਿੱਦਾਂ ਲਿਖਾਂਗੇ I is equals to I1 plus I2 plus I3। ਅਕੋਰਡਿੰਗ ਟੂ ਓਮਸ ਲਾਅ V ਕਿਹਦੇ ਇਕੁਅਲ ਹੁੰਦਾ IR, ਕਿਉਂਕਿ ਅਸੀਂ I ਦੀ ਵੈਲਿਊ ਨਿਕਾਲਣੀ ਆ। ਸੋ I ਕਿਹਦੇ ਇਕੁਅਲ ਹੋਏਗਾ ਬੱਚੇ V ਡਿਵਾਈਡਡ ਬਾਈ R। ਇਹਦਾ ਮਤਲਬ I1 ਦੀ ਵੈਲਿਊ ਕਿੰਨੀ ਹੋਏਗੀ V ਡਿਵਾਈਡਡ ਬਾਈ R1। ਸੋ I2 ਦੀ ਵੈਲਿਊ ਕਿੰਨੀ ਹੋਏਗੀ V ਡਿਵਾਈਡਡ ਬਾਈ R2। ਸਿਮਿਲਰਲੀ V3 ਦੀ ਵੈਲਿਊ ਕਿੰਨੀ, I3 ਦੀ ਵੈਲਿਊ ਕਿੰਨੀ ਹੋਏਗੀ V ਡਿਵਾਈਡਡ ਬਾਈ R3। V ਕੌਨਸਟੈਂਟ ਆ, ਇਹਦਾ ਮਤਲਬ ਸਾਰਿਆਂ 'ਚ V ਸੇਮ ਰਹੇਗਾ, I ਤੇ R ਚੇਂਜ ਹੋਏਗਾ। ਸੋ ਅਸੀਂ ਇਹ ਸਾਰੀ ਦੀ ਸਾਰੀ ਵੈਲਿਊ ਪੁੱਟ ਕਰਨ ਲੱਗੇ ਹਾਂ ਫਸਟ ਇਕੁਏਸ਼ਨ ਜਾਂ ਫਿਰ I ਦੇ ਵਿੱਚ। ਸੋ ਜਦੋਂ ਹੀ ਅਸੀਂ ਪੁੱਟ ਕਰਾਂਗੇ I ਦੇ ਵਿੱਚ ਸਾਡੇ ਕੋਲ ਕੀ ਆ ਜਾਏਗਾ ਬੱਚੇ, ਦੇਖੋ I ਦੀ ਵੈਲਿਊ ਕਿੰਨੀ ਸੀ V ਓਵਰ R। ਸੋ ਅਸੀਂ ਕੀ ਲਿਖ ਰਹੇ ਹਾਂ V divided by R is equals to V divided by R1 plus V divided by R2 plus V divided by R3। ਹੁਣ ਧਿਆਨ ਨਾਲ ਦੇਖੋ ਕਿ ਅਸੀਂ ਕਾਮਨ ਲੈ ਸਕਦੇ ਹਾਂ V 1 over R1 plus 1 over R2 plus 1 over R3, ਠੀਕ ਹੈ। V over R ਆ ਤਾਂ V ਦੇ ਨਾਲ V ਕੀ ਹੋ ਜਾਏਗਾ ਕੈਂਸਲ ਆਊਟ। ਸੋ ਫਾਈਨਲੀ ਸਾਡੇ ਕੋਲ ਕੀ ਬਚ ਜਾਏਗਾ 1 over R is equals to 1 over R1 plus 1 over R2 plus 1 over R3। So this is the final answer। So last ਵਿੱਚ ਸਾਨੂੰ ਰਿਜ਼ਲਟ ਮੈਂਸ਼ਨ ਕਰਨਾ ਪਏਗਾ ਵੀ ਅਸੀਂ ਕੀ ਸੋਲਵ ਕੀਤਾ। Thus the reciprocal of equivalent resistance of the number of resistors connected in parallel is equal to। ਹੁਣ ਧਿਆਨ ਦੇਖੋ equivalent resistance ਮਤਲਬ 1 over R, number of resistors connected in parallel, ਨੰਬਰ ਆਫ ਰਜਿਸਟਰਸ ਕਿਹੜੇ ਆ ਬੱਚੇ R1 R2 R3, ਠੀਕ ਆ। ਉਹਨਾਂ ਦਾ ਰੈਸੀਪ੍ਰੋਕਲ ਮਤਲਬ 1 ਡਿਵਾਈਡਡ ਬਾਈ R1 ਆ। ਕਿਹਦੇ ਇਕੁਅਲ ਆ ਇਜ਼ ਇਕੁਅਲ ਟੂ, ਕਿਹਦੇ ਇਕੁਅਲ ਆ ਸਮ ਆਫ ਦਾ ਰੈਸੀਪ੍ਰੋਕਲ ਆਫ ਇੰਡੀਵਿਜੂਅਲ ਰਜਿਸਟੈਂਸ। ਇੰਡੀਵਿਜੂਅਲ ਰਜਿਸਟੈਂਸ ਕੌਣ ਆ 1 ਓਵਰ R। ਕਲੀਅਰ ਹੋ ਗਿਆ ਬੱਚੇ। ਕਈ ਵਾਰੀ ਕੁਐਸਚਨ ਆ ਜਾਂਦਾ ਆ ਡਰਾਈਵ an expression for equivalent resistance of number of resistors connected in parallel is equal to the sum of reciprocal of individual resistance। ਸੋ ਬੱਚੇ ਲਾਸਟ ਵਾਲੀ ਲਾਈਨ ਧਿਆਨ ਵਿੱਚ ਰੱਖਣੀ ਆ ਆਪਣੇ। ਅਗਰ ਸਿੰਪਲ ਆਰਟੀਕਲ ਆਉਂਦਾ ਤਾਂ ਤੁਹਾਨੂੰ ਤਾਂ ਵੀ ਆਹ ਲਾਈਨ ਕਹਿ ਲਓ ਯਾਦ ਕਰਕੇ ਲਿਖਣੀ ਪਏਗੀ, ਅਦਰਵਾਈਜ਼ ਇਹੀ ਪੈਰੇ ਦੀ ਜਿਹੜਾ ਤੁਹਾਡਾ ਕੁਐਸਚਨ ਬਣ ਕੇ ਆ ਜਾਂਦਾ ਹੈ। ਕਲੀਅਰ ਹੋ ਗਿਆ। ਸੋ ਆਰਟੀਕਲ ਬੱਚੇ ਧਿਆਨ ਨਾਲ ਸਮਝ ਲੈਣਾ, ਇਹਦੇ ਨੂਮੈਰੀਕਲਸ ਪੇਪਰ ਦੇ ਵਿੱਚ ਆਉਂਦੇ ਆ। ਸੋ ਅਸੀਂ ਨੈਕਸਟ ਵੀਡੀਓ ਦੇ ਵਿੱਚ ਨੂਮੈਰੀਕਲ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ। ਕਿਸੇ ਤਰ੍ਹਾਂ ਦੀ ਬੱਚੇ ਕੋਈ ਪ੍ਰੋਬਲਮ ਹੋਵੇ ਤਾਂ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ।